ਈਸ਼ਾਏ ਨਮਾ। ਪਿਆਰੇ ਭਗਤੋ, ਅੱਜ ਮੈਂ ਸ਼੍ਰੀ ਗੀਤਾ ਮਾਤਾ ਜੀ ਦੇ ਪਹਿਲੇ ਅਧਿਆਏ ਦਾ ਪਾਠ ਸੁਣਾਉਣ ਜਾ ਰਿਹਾ ਹਾਂ। ਉਹਦੇ ਸੁਣਨ ਨਾਲ ਸਾਰੇ ਭਗਤਾਂ ਨੂੰ ਸੁੱਖ ਸ਼ਾਂਤੀ ਵੈਭਵ ਪ੍ਰਾਪਤ ਹੋਵੇ ਔਰ ਘਰ ਦੇ ਵਿੱਚ ਸੁੱਖ ਸ਼ਾਂਤੀ ਸਮਿਰਧੀ ਆਵੇ। ਬੋਲੋ ਸ਼੍ਰੀ ਕ੍ਰਿਸ਼ਨ ਭਗਵਾਨ ਕੀ ਜੈ। ਓਮ ਨਮੋ ਭਗਵਤੇ ਵਾਸੁਦੇਵਾਏ। श्री कृष्णा। ओम नमो भगवते वासुदेव विश्वेश्वराय आदि पुरुष अपरंपार अलेख पुरुषाय नमः। दोहा। जग बंधु जीवती सर्व रूप जिया का जाननहार, हरि यश मांगन आयो दास प्रभु के द्वार। श्री कृष्णा। श्री भगवान जी ने अर्जुन ਨੂੰ ਜੋ ਗੀਤਾ ਗਿਆਨ ਦਿੱਤਾ ਹੈ ਉਹ ਮੈਨੂੰ ਵੀ ਮਿਲੇ। हे ਬੱਬ ਬੈ ਬੰਜਨ, ਭਗਵਾਨ ਸ਼੍ਰੀ ਕ੍ਰਿਸ਼ਨ ਜੀ ਉਹ ਕਿਸ਼ੋਰ ਦਾਸ ਮੰਗਦਾ ਹੈ। हे ਪ੍ਰਭੂ, ਗੀਤਾ ਗਿਆਨ ਦੇ ਉਚਾਰਨ ਕਰਨ ਨਾਲ ਤੇਰਾ ਭਗਤ ਪੂਰਨ ਬ੍ਰਹਮ ਨੂੰ ਪਾਉਂਦੇ ਹਨ। हे ਪ੍ਰਭੂ, ਮੈਂ ਤੁਹਾਡੀ ਸ਼ਰਨ ਵਿੱਚ ਪਿਆ ਹਾਂ। ਕਿਸ਼ੋਰ ਦਾਸ ਅਤੇ ਸੰਜੀਵ ਦਾਸ ਬਹੁਤ ਗਰੀਬ ਹਨ ਅਤੇ ਤੁਸੀਂ ਪ੍ਰਵੀਨ ਅਤੇ ਦੁੱਖ ਭੰਜਨ ਹੋ। ਕਮਲਾਪਤੀ ਕਿਰਪਾ ਨਿਦਾਨ ਸ਼੍ਰੀ ਕ੍ਰਿਸ਼ਨ ਭਗਵਾਨ ਜੀ, ਤੇਰੇ ਸੰਤਾਂ ਅਤੇ ਭਗਤਾਂ ਦੇ ਨਿਮਿਤ ਮੈਂ ਇਹ ਗੀਤਾ ਗਿਆਨ ਸਰਲ ਭਾਸ਼ਾ ਵਿੱਚ ਕਹਿੰਦਾ ਹਾਂ। ਸ਼੍ਰੀ ਗੀਤਾ ਜੀ ਗਿਆਨ ਦੀ ਕਥਾ ਦੀ ਪਹਿਲੇ ਅਧਿਆਇ ਦੀ ਸ਼ੁਰੂਆਤ ਜੋ ਸ਼੍ਰੀ ਕ੍ਰਿਸ਼ਨ ਭਗਵਾਨ ਨੇ ਅਰਜਨ ਨੂੰ ਗੀਤਾ ਗਿਆਨ ਦਿੱਤਾ ਹੈ, ਉਹ ਮੇਰੇ ਸਾਰੇ ਭਗਤਾਂ ਨੂੰ ਗੀਤਾ ਗਿਆਨ ਮਿਲੇ। ਗੀਤਾ ਦੇ ਪਹਿਲੇ ਅਧਿਆਏ ਸ਼ੁਰੂਆਤ। ਜਦੋਂ ਕੌਰਵ ਅਤੇ ਪਾਂਡਵ ਮਹਾਭਾਰਤ ਦੇ ਯੁੱਧ ਨੂੰ ਚੱਲੇ, ਉਦੋਂ ਰਾਜਾ ਧ੍ਰਿਸ਼ਟਰਾਸ਼ਟਰ ਨੇ ਕਿਹਾ, ਮੈਂ ਵੀ ਯੁੱਧ ਨੂੰ ਵੇਖਣ ਲਈ ਚੱਲਾਂਗਾ। ਤਾਂ ਸ਼੍ਰੀ ਵਿਆਸਦੇਵ ਜੀ ਨੇ ਕਿਹਾ, ਹੇ ਰਾਜਾ, ਅੱਖਾਂ ਤੋਂ ਬਿਨਾਂ ਕੀ ਵੇਖੋਗੇ? ਤਾਂ ਰਾਜਾ ਧ੍ਰਿਸ਼ਟਰਾਸ਼ਟਰ ਨੇ ਕਿਹਾ, ਹੇ ਪ੍ਰਭੂ ਜੀ, ਵੇਖਾਂਗਾ ਨਹੀਂ ਤਾਂ ਸੁਣਾਂਗਾ ਤਾਂ ਸਹੀ। ਤਾਂ ਵਿਆਸ ਜੀ ਨੇ ਕਿਹਾ, ਹੇ ਰਾਜਾ, ਤੇਰਾ ਸਾਰਥੀ ਸੰਜੇ ਜੋ ਕੁਝ ਸ਼੍ਰੀ ਮਹਾਭਾਰਤ ਦੀ ਯੁੱਧ ਦੀ ਲੀਲਾ ਕੁਰੂਕਸ਼ੇਤਰ ਵਿੱਚ ਹੋਵੇਗੀ ਉਹ ਤੁਹਾਨੂੰ ਇੱਥੇ ਬੈਠੇ ਹੀ ਸੁਣਾਵੇਗਾ। ਵਿਆਸਦੇਵ ਜੀ ਦੇ ਮੂੰਹ ਤੋਂ ਇਹ ਵਚਨ ਸੁਣ ਕੇ ਸੰਜੇ ਨੇ ਬੇਨਤੀ ਕੀਤੀ, ਹੇ ਪ੍ਰਭੂ, ਇੱਥੇ ਹਸਤਨਾਪੁਰ ਵਿੱਚ ਬੈਠੇ ਮੈਂ ਕੁਰੂਕਸ਼ੇਤਰ ਦੀ ਲੀਲਾ ਕਿਵੇਂ ਜਾਣਾਂਗਾ ਅਤੇ ਰਾਜਾ ਨੂੰ ਕਿਵੇਂ ਕਹਾਂਗਾ? ਤਾਂ ਵਿਆਸਦੇਵ ਸਵਾਮੀ ਜੀ ਨੇ ਖੁਸ਼ ਹੋ ਕੇ ਕਿਹਾ, ਸੰਜੇ ਨੂੰ ਕਿਹਾ, ਇਹ ਵਚਨ ਕਹੇ, ਇਹ ਸੰਜੇ, ਮੇਰੀ ਕਿਰਪਾ ਨਾਲ ਤੈਨੂੰ ਇੱਥੇ ਹੀ ਸਭ ਕੁਝ ਦਿਖਾਈ ਦੇਵੇਗਾ। ਵਿਆਸ ਜੀ ਨੇ ਇੰਨਾ ਕਹਿੰਦਿਆਂ ਹੀ ਉਸੇ ਸਮੇਂ ਹੀ ਸੰਜੇ ਦੀ ਦ੍ਰਿਸ਼ਟੀ ਦਿਵੇ ਹੋਈ ਅਤੇ ਉਸ ਦੀ ਬੁੱਧੀ ਵੀ ਦਿਵੇ ਹੋਈ। ਹੁਣ ਅੱਗੇ ਮਹਾਭਾਰਤ ਦੀ ਲੀਲਾ ਕਹਿੰਦਾ ਹਾਂ, ਸੋ ਸੁਣੋ। 7 ਅਕਸ਼ੌਣੀ ਸੈਨਾ ਪਾਂਡਵਾਂ ਦੀ ਅਤੇ 11 ਅਕਸ਼ੌਣੀ ਸੈਨਾ ਕੌਰਵਾਂ ਦੀ, ਇਹ ਦੋਨੋਂ ਸੈਨਾ ਕੁਰੂਕਸ਼ੇਤਰ ਵਿੱਚ ਜਾ ਇਕੱਠੀਆਂ ਹੋਈਆਂ। ਧ੍ਰਿਸ਼ਟਰਾਸ਼ਟਰ ਨੇ ਪੁੱਛਿਆ, ਹੇ ਸੰਜੇ, ਧਰਮ ਦੇ ਖੇਤਰ ਕੁਰੂਕਸ਼ੇਤਰ ਵਿੱਚ ਯੁੱਧ ਦੀ ਇੱਛਾ ਨਾਲ ਇਕੱਠੇ ਹੋਏ ਮੇਰੇ ਪੁੱਤਰ ਅਤੇ ਪਾਂਡਵਾਂ ਦੇ ਪੁੱਤਰਾਂ ਨੇ ਕੀ ਕੀਤਾ? ਸੰਜੇ ਨੇ ਕਿਹਾ, ਹੇ ਪਾਂਡਵਾਂ ਦੀ ਸੈਨਾ ਨੂੰ ਵਿਹੋਤੀ ਇਕੱਠੀ ਵਿੱਚ ਵੇਖ ਕੇ ਦੁਰਯੋਧਨ, ਆਚਾਰੀਆ, ਦ੍ਰੋਣ ਅਤੇ ਨੇੜੇ ਜਾ ਕੇ ਕਹਿਣ ਲੱਗੇ, ਹੇ ਆਚਾਰੀਆ, ਵੇਖੋ ਤੁਹਾਡੇ ਚੇਲੇ ਬੁੱਧੀਮਾਨ ਦ੍ਰੋਪਦ ਪੁੱਤਰ ਨੇ ਪਾਂਡਵਾਂ ਦੀ ਵੱਡੀ ਸੈਨਾ ਦੀ ਕਿਵੇਂ ਵਿਉਂਤ ਰਚਨਾ ਕੀਤੀ ਹੈ। ਇਸ ਸੈਨਾ ਵਿੱਚ ਅਰਜੁਨ, ਭੀਮ ਵਰਗੇ ਵੱਡੇ ਵੱਡੇ ਧਨੁਸ਼ਧਾਰੀ ਬਹਾਦਰ ਵਿਰਾਟ ਮਹਾਰਥੀ, ਦ੍ਰੋਪਦ, ਦ੍ਰਿਸ਼ਟਕੇਤੂ, ਚੇਤਿਕਾਨ, ਬਲਵਾਨ ਕਾਂਸ਼ੀ ਰਾਜ ਪੁਰੋਜਿਤ, ਕੁੰਤੀ ਭੋਜ, ਮਨੁੱਖਾਂ ਵਿੱਚੋਂ ਸ੍ਰੇਸ਼ਟ ਸੈਬਿਆ, ਪ੍ਰਕਾਰਮੀ, ਆਯੁਧਮਨਿਊ, ਬਲਵਾਨ, ਉਤਮੌਜਾ, ਅਭਿਮਨਿਊ ਅਤੇ ਦ੍ਰੌਪਦੀ ਦੇ 5 ਪੁੱਤਰ, ਇਹ ਸਾਰੇ ਮਹਾਰਥੀ ਖੜੇ ਸਨ। ਅਤੇ ਹੇ ਬ੍ਰਹਮਣ ਸ੍ਰੇਸ਼ਟ, ਤੁਹਾਡੀ ਜਾਣਕਾਰੀ ਲਈ ਹੁਣ ਮੈਂ ਆਪਣੀ ਸੈਨਾ ਦੇ ਪ੍ਰਧਾਨ ਸੈਨਾਪਤੀ ਦੇ ਨਾਮ ਬਿਆਨ ਕਰਦਾ ਹਾਂ। ਪਹਿਲਾਂ ਤੁਸੀਂ ਆਪਣੇ ਅਤੇ ਭੀਸ਼ਮ, ਕਰਨ, ਯੁੱਧਵੇਤਾ, ਕਿਰਪਾਚਾਰੀਆ, ਅਸ਼ੁਥਾਮਾ, ਵਿਕਰਨ, ਸੋਮਦੱਤ ਦਾ ਪੁੱਤਰ, ਭੂਰੀ ਸ਼ਰਵਾ ਅਤੇ ਹੋਰ ਬਹੁਤ ਸਾਰੇ ਸੂਰਵੀਰ ਮੇਰੇ ਵਾਸਤੇ ਜਾਨਾਂ ਦੇਣ ਤੱਕ ਲਈ ਤਿਆਰ ਹਨ। ਇਹ ਲੋਕ ਸ਼ਸਤਰ ਚਲਾਉਣ ਵਿੱਚ ਬਹੁਤ ਨਿਪੁੰਨ ਹਨ ਅਤੇ ਸਾਰੇ ਹੀ ਵਿੱਦਿਆ ਵਿੱਚ ਕੁਸ਼ਲ ਹਨ। ਸਾਡੀ ਸੈਨਾ ਦਾ, ਜਿਸ ਦੇ ਰਖਕ ਭੀਮ ਹਨ, ਜ਼ਿਆਦਾ ਤਾਕਤ ਹੈ। ਹੁਣ ਤੁਸੀਂ ਸਾਰੇ ਆਪਣੇ ਆਪਣੇ ਮੋਰਚਿਆਂ ਉੱਤੇ ਸਾਵਧਾਨ ਰਹਿ ਕੇ ਸੈਨਾਪਤੀ ਭੀਸ਼ਮ ਦੀ ਰੱਖਿਆ ਕਰੋ। ਗੁਰੂ ਬਿਰਧ ਭੀਸ਼ਮ ਪਿਤਾਮਹਾ ਨੇ ਦੁਰਯੋਧਨ ਨੂੰ ਖੁਸ਼ ਕਰਦਿਆਂ ਹੋਇਆਂ ਅਤੇ ਉੱਚੀ ਆਵਾਜ਼ ਵਿੱਚ ਗਰਜਦਿਆਂ ਹੋਇਆਂ ਸ਼ੰਖ ਵਜਾਇਆ। ਫਿਰ ਉੱਥੇ ਚਾਰੇ ਪਾਸਿਓਂ ਸ਼ੰਖ, ਨਗਾੜੇ, ਢੋਲ, ਗਊ ਮੁਖ ਆਦਿ ਬਹੁਤ ਸਾਰੇ ਵਾਜੇ ਵੱਜਣ ਲੱਗੇ, ਜਿਨ੍ਹਾਂ ਦੀ ਬਹੁਤ ਭਿਅੰਕਰ ਆਵਾਜ਼ ਹੋਈ। ਇਸ ਦੇ ਬਾਅਦ ਚਿੱਟੇ ਘੋੜਿਆਂ ਦੇ ਰੱਥ ਉੱਤੇ ਮੌਜੂਦ ਮਾਧਵ
ਸ਼੍ਰੀ ਕ੍ਰਿਸ਼ਨ ਭਗਵਾਨ ਨੇ ਪੰਜ ਜਨਿਆਂ ਅਤੇ ਪਾਂਡਵ ਅਰਜੁਨ ਨੇ ਦੇਵਦੱਤ ਨਾਂ ਦੇ ਸ਼ੰਖ ਨੂੰ ਅਤੇ ਭਿਅੰਕਰ ਕੰਮ ਕਰਨ ਵਾਲੇ ਭੀਮ ਨੇ ਪੌਂਡ ਨਾਂ ਦੇ ਵੱਡੇ ਭਾਰੀ ਸ਼ੰਖ ਨੂੰ ਵਜਾਇਆ। ਕੁੰਤੀ ਪੁੱਤਰ ਰਾਜਾ ਦੁਰਜਿਸ਼ਟਰ ਨੇ ਅਨੰਤ ਵਿਜੇ, ਨਕੁਲ ਨੇ ਸ਼ੋਘੋਸ਼ ਅਤੇ ਸਹਿਦੇਵ ਨੇ ਮਣੀ ਪੁਸ਼ਪਕ ਅਤੇ ਮਹਾਧਨੁਸ਼ਧਰ ਕਾਂਸ਼ੀ ਰਾਜ ਸ਼ਿਕੰਡੀ, ਦ੍ਰਿਯੁਮਨਿਊ, ਵਿਰਾਟ, ਅਪਰਾਜਿਤ, ਸਤਿਅਕੀ, ਰਾਜਾ ਦ੍ਰੋਪਦੀ ਦੇ ਪੰਜੇ ਪੁੱਤਰ ਅਤੇ ਮਹਾਬਾਹੂ ਅਭਿਮਨਯੂ, ਇਹਨਾਂ ਸਾਰੇ ਵੀਰਾਂ ਨੇ ਆਪਣੇ ਆਪਣੇ ਸ਼ੰਖਾਂ ਨੂੰ ਯੁੱਧ ਭੂਮੀ ਵਿੱਚ ਵਜਾਇਆ। ਉਹਨਾਂ ਸ਼ੰਖਾਂ ਦੀ ਭਾਰੀ ਆਵਾਜ਼ ਨਾਲ ਆਸਮਾਨ ਅਤੇ ਧਰਤੀ ਗੂੰਜ ਉੱਠੀ ਅਤੇ ਧ੍ਰਿਸ਼ਟ ਰਾਸ਼ਟਰ ਦੇ ਪੁੱਤਰਾਂ ਦੇ ਦਿਲ ਕੰਬ ਉੱਠੇ। ਹੇ ਰਾਜਾ ਅਰਜਨ ਨੇ ਕੌਰਵ ਨੂੰ ਯੁੱਧ ਲਈ ਹਾਜ਼ਰ ਵੇਖ ਕੇ ਧਨੁਸ਼ ਉਠਾ ਕੇ ਸ਼੍ਰੀ ਕ੍ਰਿਸ਼ਨ ਭਗਵਾਨ ਨੂੰ ਕਿਹਾ, ਅਚੂਤ ਮੇਰਾ ਰੱਥ ਉਹਨਾਂ ਸੈਨਾਵਾਂ ਦੇ ਵਿਚਕਾਰ ਖੜਾ ਕਰੋ ਜਿਸ ਦੇ ਨਾਲ ਮੈਂ ਯੁੱਧ ਕਰਨ ਵਾਲਿਆਂ ਨੂੰ ਵੇਖ ਲਵਾਂ ਕਿ ਇਸ ਯੁੱਧ ਭੂਮੀ ਵਿੱਚ ਸਾਨੂੰ ਕਿਹਨਾਂ ਨਾਲ ਯੁੱਧ ਕਰਨਾ ਚਾਹੀਦਾ ਹੈ। ਤਾਂ ਦੁਰਬੁੱਧੀ ਦੁਰਯੋਧਨ ਨਾਲ ਪਿਆਰ ਕਰਨ ਵਾਲੇ ਜਿਹੜੇ ਯੁੱਧ ਦੇ ਲਈ ਇੱਥੇ ਇਕੱਠੇ ਹੋਏ ਹਨ ਉਹਨਾਂ ਨੂੰ ਵੇਖਾਂਗਾ। ਸੰਜੇ ਨੇ ਕਿਹਾ, ਹੇ ਰਾਜਾ ਅਰਜਨ ਦੀ ਗੱਲ ਸੁਣ ਕੇ ਸ਼੍ਰੀ ਮਾਧਵ ਸ਼੍ਰੀ ਕ੍ਰਿਸ਼ਨ ਨੇ ਭੀਸ਼ਮ, ਦ੍ਰੋਣ ਆਦਿ ਵੀਰਾਂ ਦੇ ਸਾਹਮਣੇ ਉੱਤਮ ਰੱਥ ਨੂੰ ਖੜਾ ਕਰਕੇ ਕਿਹਾ, ਹੇ ਵੀਰ ਯੁੱਧ ਲਈ ਤਿਆਰ ਇਸ ਕੌਰਵ ਸਮੂਹ ਨੂੰ ਵੇਖ ਲਵੋ। ਅਰਜਨ ਨੇ ਚਾਚਾ, ਬਾਬਾ, ਗੁਰੂ, ਮਾਮਾ, ਭਾਈ, ਪੁੱਤਰ, ਪੋਤਰੇ, ਮਿੱਤਰ, ਸਹੁਰੇ ਅਤੇ ਆਪਣੇ ਲੋਕਾਂ ਨੂੰ ਸ਼ਸਤਰਾਂ ਨਾਲ ਸੱਜੇ ਕੇ ਖੜੇ ਹੋਏ ਵੇਖਿਆ ਅਤੇ ਇਹਨਾਂ ਦੋਨਾਂ ਸੈਨਾਵਾਂ ਵਿੱਚ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਖੜਿਆ ਦੇਖ ਕੇ ਅਤੇ ਬਹੁਤ ਜ਼ਿਆਦਾ ਦਇਆ ਨਾਲ ਪਸੀਜ ਕੇ ਅਤੇ ਬਹੁਤ ਜ਼ਿਆਦਾ ਦੁਖੀ ਨਾਲ ਇਹ ਵਚਨ ਕਹੇ, ਹੇ ਸ਼੍ਰੀ ਕ੍ਰਿਸ਼ਨ, ਹੇ ਮਾਧਵ, ਯੁੱਧ ਦੀ ਇੱਛਾ ਨਾਲ ਆਏ ਹੋਏ ਇਹਨਾਂ ਆਪਣੇ ਰਿਸ਼ਤੇਦਾਰਾਂ ਨੂੰ ਵੇਖ ਕੇ ਮੇਰੇ ਅੰਗ, ਹੇ ਪ੍ਰਭੂ, ਢਿੱਲੇ ਹੁੰਦੇ ਜਾਂਦੇ ਹਨ ਅਤੇ ਮੂੰਹ ਸੁੱਕਦਾ ਜਾ ਰਿਹਾ ਹੈ। ਮੇਰੇ ਸਰੀਰ ਬੇਕਾਬੂ ਹੁੰਦਾ ਹੈ, ਰੋਏ ਖੜੇ ਹੋ ਜਾਂਦੇ ਹਨ, ਗਾਂਡੀਵ ਧਨੁਸ਼ ਹੱਥ ਵਿੱਚੋਂ ਡਿੱਗਦਾ ਜਾਂਦਾ ਹੈ, ਚਮੜੀ ਸੜਦੀ ਜਾ ਰਹੀ ਹੈ। ਹੇ ਕੇਸ਼ਵ, ਹੇ ਮਾਧਵ, ਹੇ ਪੁਰਸ਼ੋਤਮ, ਮੇਰੇ ਵਿੱਚ ਇੱਥੇ ਖੜੇ ਰਹਿਣ ਦੀ ਸਮਰੱਥਾ ਨਹੀਂ ਹੈ। ਮੇਰਾ ਮਨ ਚੱਕਰ ਖਾ ਰਿਹਾ ਹੈ ਅਤੇ ਸਾਰੇ ਲੱਛਣ ਮੈਂ ਉਲਟੇ ਵੇਖ ਰਿਹਾ ਹਾਂ ਅਤੇ ਯੁੱਧ ਵਿੱਚ ਆਪਣੇ ਲੋਕਾਂ ਦੀ ਹੱਤਿਆ ਕਰਕੇ ਕੋਈ ਫਾਇਦਾ ਨਹੀਂ ਹੋਵੇਗਾ। ਹੇ ਸ਼੍ਰੀ ਕ੍ਰਿਸ਼ਨ, ਮੈਂ ਇਹਨਾਂ ਨੂੰ ਜਿੱਤ ਕੇ ਰਾਜ ਅਤੇ ਸੁੱਖ ਵੀ ਨਹੀਂ ਚਾਹੁੰਦਾ ਹਾਂ। ਫਿਰ ਪ੍ਰਭੂ, ਸਾਨੂੰ ਰਾਜ ਭੋਗ ਅਤੇ ਜੀਵਨ ਤੋਂ ਕੀ ਕੰਮ ਹੈ? ਕਿਉਂਕਿ ਜਿਨ੍ਹਾਂ ਲਈ ਰਾਜ ਭੋਗ ਅਤੇ ਸੁੱਖ ਦੀ ਇੱਛਾ ਕੀਤੀ ਜਾਂਦੀ ਹੈ ਉਹ ਸਾਰੇ ਇਸ ਯੁੱਧ ਵਿੱਚ ਜਾਨ ਅਤੇ ਧਨ ਦਾ ਮੋਹ ਛੱਡ ਕੇ ਮਰਨ ਨੂੰ ਤਿਆਰ ਹਨ ਅਤੇ ਆਚਾਰੀਆ, ਪਿਤਾ, ਪੁੱਤਰ, ਪਿਤਾਮਹ, ਮਾਮਾ, ਸਹੁਰੇ, ਪੋਤਰੇ, ਸਾਲੇ ਅਤੇ ਹੋਰ ਸੰਬੰਧੀ ਇਹ ਸਾਰੇ ਮੈਨੂੰ ਮਾਰਨ ਤਾਂ ਵੀ ਹੇ ਮਧੂਸੂਦਨ ਮੈਂ ਇਹਨਾਂ ਨੂੰ ਮਾਰਨ ਦੀ ਇੱਛਾ ਨਹੀਂ ਕਰਾਂਗਾ। ਹੇ ਜਨਾਰਦਨ, ਤਰਲੋਕੀ ਦੇ ਰਾਜ ਲਈ ਵੀ ਮੈਂ ਇਹਨਾਂ ਨੂੰ ਮਾਰਨਾ ਨਹੀਂ ਚਾਹੁੰਦਾ। ਫਿਰ ਇਸ ਧਰਤੀ ਦੇ ਰਾਜ ਲਈ ਤਾਂ ਕੀ ਕਹਿਣਾ ਹੈ। ਹੇ ਜਨਾਰਦਨ, ਧ੍ਰਿਸ਼ਟ ਰਾਸ਼ਟਰ ਦੇ ਪੁੱਤਰਾਂ ਨੂੰ ਮਾਰ ਕੇ ਸਾਡਾ ਕੀ ਭਲਾ ਹੋਵੇਗਾ? ਇਹਨਾਂ ਅਤਿਆਚਾਰੀਆਂ ਦੀ ਹੱਤਿਆ ਕਰਨ ਨਾਲ ਪਾਪ ਹੀ ਹੋਵੇਗਾ। ਇਸ ਲਈ ਸਾਡੇ ਲਈ ਆਪਣੇ ਭਰਾ ਧ੍ਰਿਸ਼ਟ ਰਾਸ਼ਟਰ ਦੇ ਪੁੱਤਰਾਂ ਨੂੰ ਮਾਰਨਾ ਗਲਤ ਹੈ। ਹੇ ਮਾਧਵ, ਆਪਣੇ ਲੋਕਾਂ ਨੂੰ ਮਾਰ ਕੇ ਕੀ ਅਸੀਂ ਸੁਖੀ ਹੋ ਸਕਦੇ ਹਾਂ? ਇਹ ਸਾਰੇ ਲਾਲਚ ਦੇ ਵਸ ਵਿੱਚ ਪਏ ਹੋਏ ਹਨ ਅਤੇ ਵੰਸ਼ ਦਾ ਨਾਸ਼ ਕਰਨ ਅਤੇ ਮਿੱਤਰ ਨਾਲ ਧਰੋਹ ਕਰਨ ਵਿੱਚ ਪਾਪ ਨਹੀਂ ਵੇਖਦੇ। ਵੰਸ਼ ਨਾਸ਼ ਦੇ ਦੋਸ਼ ਨੂੰ ਵੇਖਦਿਆਂ ਹੋਇਆਂ ਵੀ ਸਾਨੂੰ ਇਸ ਪਾਪ ਤੋਂ ਦੂਰ ਕਿਉਂ ਨਹੀਂ ਰਹਿਣਾ ਚਾਹੀਦਾ? ਕੁਲ ਦੇ ਨਸ਼ਟ ਹੋਣ ਨਾਲ ਕੁਲ ਦੇ ਪੁਰਾਣੇ ਧਰਮ ਨਸ਼ਟ ਹੋ ਜਾਂਦੇ ਹਨ। ਫਿਰ ਧਰਮ ਨਸ਼ਟ ਹੋਣ ਨਾਲ ਕੁਲ ਵਿੱਚ ਪਾਪ ਵੱਧਦਾ ਹੈ। ਹੇ ਸ਼੍ਰੀ ਕ੍ਰਿਸ਼ਨ, ਹੇ ਮਾਧਵ, ਹੇ ਪੁਰਸ਼ੋਤਮ, ਪਾਪ ਨਾਲ ਕੁਲ ਦੀਆਂ ਇਸਤਰੀਆਂ ਦੁਰਾਚਾਰਨੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਨਾਲ ਵਰਨ ਸ਼ਕਰ ਸੰਤਾਨਾਂ ਪੈਦਾ ਹੁੰਦੀਆਂ ਹਨ। ਉਹ ਵਰਨ ਸ਼ਕਰ ਜਿਨ੍ਹਾਂ ਪੁਰਸ਼ਾਂ ਦੇ ਕੁਲ ਨਸ਼ਟ ਕੀਤੇ ਹੈ ਉਹ ਉਹਨਾਂ ਨੂੰ ਅਤੇ ਉਸ ਕੁਲ ਨੂੰ ਨਰਕ ਪਹੁੰਚਾਉਂਦੀਆਂ ਹਨ ਕਿਉਂਕਿ ਸਰਾਧ, ਤਰਪਣ ਆਦਿ ਬੰਦ ਹੋ ਜਾਂਦੇ ਹਨ। ਵਰਨ ਸ਼ਕਰ ਬਣਾਉਣ ਵਾਲੇ ਦੋਸ਼ਾਂ ਨਾਲ ਕੁਲ ਨਾਸ਼ਕ ਦੀ ਜਾਤ ਅਤੇ ਧਰਮ ਲਗਾਤਾਰ ਨਸ਼ਟ ਹੁੰਦੇ ਹਨ। ਹੇ ਜਨਾਰਦਨ, ਮੈਂ ਬਰਾਬਰ ਹੀ ਸੁਣਿਆ ਹੈ ਕਿ ਕੁਲ ਧਰਮ ਨਸ਼ਟ ਹੋਣ ਨਾਲ ਨਿਸ਼ਚੇ ਹੀ ਨਰਕ ਵਾਸ ਹੁੰਦਾ ਹੈ। ਹਾਏ, ਅਸੀਂ ਬਹੁਤ ਵੱਡਾ ਪਾਪ ਕਰਨ ਨੂੰ ਤਿਆਰ ਹਾਂ ਜਿਹੜੇ ਕਿ ਰਾਜ ਸੁੱਖ ਦੇ ਲਾਲਚ ਨਾਲ ਆਪਣੇ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸ਼ਸਤਰਾਂ ਨੂੰ ਧਾਰਨ ਕੀਤੇ ਹੋਏ ਧ੍ਰਿਸ਼ਟ ਰਾਸ਼ਟਰ ਦੇ ਪੁੱਤਰ ਜੇ ਮੈਨੂੰ ਸ਼ਸਤਰ ਰਹਿਤ ਅਤੇ ਉਪਾਦਹੀਨ ਨੂੰ ਯੁੱਧ ਭੂਮੀ ਵਿੱਚ ਮਾਰ ਦੇਣ ਤਾਂ ਮੇਰਾ ਬਹੁਤ ਭਲਾ ਹੋਵੇਗਾ। ਸੰਜੇ ਨੇ ਕਿਹਾ, ਹੇ ਰਾਜਾ, ਇਹ ਕਹਿ ਕੇ ਬਹੁਤ ਜ਼ਿਆਦਾ ਦੁਖੀ ਹੋ ਕੇ ਅਰਜਨ ਨੇ ਉਸੇ ਵੇਲੇ ਹੀ ਆਪਣਾ ਧਨੁਸ਼ ਬਾਣ ਸੁੱਟ ਦਿੱਤਾ ਅਤੇ ਰੱਥ ਦੇ ਪਿਛਲੇ ਹਿੱਸੇ ਵਿੱਚ ਜਾ ਕੇ ਬੈਠ ਗਏ। ਸ਼੍ਰੀ ਮਦ ਭਗਵਤ ਗੀਤਾ ਦਾ ਪਹਿਲੇ ਅਧਿਆਇ ਸਮਾਪਤ।